Hi guys, welcome back to the channel Mr. Singh Education. Welcome to the Indian polity classes for all the competitive exams. Guys, here you get political notes which are beneficial for your competitive exams. ਜਿਵੇਂ ਕਿ ਗਾਇਜ਼ ਤੁਹਾਨੂੰ ਪਤਾ ਹੀ ਹੈ ਕਿ ਲਾਸਟ ਕਲਾਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਫੰਡਾਮੈਂਟਲ ਰਾਈਟਸ ਬਾਰੇ। ਆਈ ਹੋਪ ਗਾਇਜ਼ ਤੁਹਾਨੂੰ ਜਿਹੜਾ ਹੈਗਾ ਲਾਸਟ ਕਲਾਸ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਵੀ ਬੇਸਿਕ ਗੱਲਾਂ ਫੰਡਾਮੈਂਟਲ ਰਾਈਟਸ ਬਾਰੇ, ਜਿਹਨੂੰ ਆਪਾਂ ਪੰਜਾਬੀ 'ਚ ਮੌਲਿਕ ਕਰਤੱਵ ਵੀ ਕਹਿ ਦਈਏ। ਭਾਗ 3 ਪਾਰਟ 3 ਦੇ ਵਿੱਚ ਕੀ ਇਹ ਜਿਹੜੇ ਹੈਗੇ ਨੇ ਮੌਲਿਕ ਕਰਤੱਵ ਪਾਏ ਜਾਂਦੇ ਨੇ ਆਪਣੇ ਸੰਵਿਧਾਨ ਦੇ ਵਿੱਚ। ਇਹ ਪਾਰਟ 3 ਦੇ ਵਿੱਚ ਮੋਸਟ ਇੰਪੋਰਟੈਂਟ ਆਪਣੇ ਕੰਸਟੀਟਿਊਸ਼ਨ ਦਾ ਸਭ ਤੋਂ ਇੰਪੋਰਟੈਂਟ ਪਾਰਟ ਫੰਡਾਮੈਂਟਲ ਰਾਈਟਸ ਹੈਗਾ। ਕਿਉਂ ਇਹ ਸਭ ਤੋਂ ਇੰਪੋਰਟੈਂਟ ਬਣ ਜਾਂਦਾ ਹੈ? ਕਿਉਂਕਿ ਇਹਦੇ ਵਿੱਚ ਕੀ ਹੈ, ਆਪਣੇ ਲਾਈਫ ਨਾਲ ਰਿਲੇਟਡ ਜੋ ਵੀ ਜ਼ਰੂਰੀ ਅਧਿਕਾਰ ਹੈਗੇ ਨੇ ਉਹ ਸਾਰੇ ਹੀ ਇਹਦੇ ਵਿੱਚ ਦਿੱਤੇ ਗਏ ਨੇ। ਜਿਵੇਂ ਕਿ ਆਪਾਂ ਫੋਰ ਐਗਜ਼ਾਮਪਲ ਆਰਟੀਕਲ 21 ਰਾਈਟ ਟੂ ਲਾਈਫ ਹੈ। ਰਾਈਟ ਟੂ ਲਾਈਫ ਮਤਲਬ ਕਿ ਜੀਵਨ ਦਾ ਅਧਿਕਾਰ ਹੈ। ਜੇਕਰ ਆਪਾਂ ਨੂੰ ਜੀਵਨ ਦਾ ਅਧਿਕਾਰ ਹੀ ਨਹੀਂ ਹੋਵੇਗਾ ਤਾਂ ਫਿਰ ਆਪਾਂ ਕੀ ਇੱਥੇ ਰਵਾਂਗੇ? ਆਪਾਂ ਕੀ ਕੋਈ ਵੀ ਪਰਸਨ ਆਪਾਂ ਨੂੰ ਆ ਕੇ ਮਾਰ ਸਕਦਾ ਹੈ? ਕੋਈ ਵੀ ਪਰਸਨ ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਹਾਰਮਫੁਲ ਐਕਟੀਵਿਟੀਜ਼ ਆਪਣੇ ਪ੍ਰਤੀ ਕਰ ਸਕਦਾ ਹੈ। ਤਾਂ ਇਹਦਾ ਮਤਲਬ ਕੀ ਹੈਗਾ ਵੀ ਆਪਾਂ ਨੂੰ ਕੀ ਜੇਕਰ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣਾ ਹੈ ਤਾਂ ਉਸ ਵਾਸਤੇ ਕੀ ਫੰਡਾਮੈਂਟਲ ਰਾਈਟਸ ਜਿਹੜੇ ਇੱਕ ਮੌਲਿਕ ਅਧਿਕਾਰ ਹੋਣੇ ਜ਼ਰੂਰੀ ਨੇ। ਤਾਂ ਅੱਜ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ। ਆਰਟੀਕਲ ਜਿਹੜੇ ਹੈਗੇ ਨੇ 12 ਤੋਂ ਲੈ ਕੇ 35 ਤੱਕ ਹੀ ਮੌਲਿਕ ਕਰਤੱਵ ਬਾਰੇ ਗੱਲ ਕਰਦਾ, ਪਰ 14 ਤੋਂ ਲੈ ਕੇ ਜਿਹੜੇ ਹੈਗੇ ਨੇ 32 ਤੱਕ ਕੇ ਆਪਾਂ ਆਰਟੀਕਲਸ ਪੜ੍ਹਾਂਗੇ। ਇਹਦੇ ਵਿੱਚ ਕਿਹੜੇ ਇੰਪੋਰਟੈਂਟ ਆਰਟੀਕਲਸ ਹੈਗੇ ਨੇ, ਕਿਵੇਂ ਹੈਗੇ ਨੇ ਅਤੇ ਇਹਨਾਂ ਬਾਰੇ ਕੀ ਡਿਟੇਲਸ ਹੈਗੇ ਨੇ, ਇਹਨਾਂ ਸਾਰਿਆਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਆਈ ਹੋਪ ਗਾਈਜ਼ ਤੁਸੀਂ ਰੈਡੀ ਹੋਊਗੇ। ਤਾਂ ਆਪਾਂ ਕੀ ਲਾਸਟ ਕਲਾਸ ਦੇ ਵਿੱਚ ਆਪਾਂ ਪਹਿਲਾਂ ਪੜ੍ਹ ਹੀ ਲਿਆ ਸੀ, ਆਪਾਂ ਫਿਰ ਦੁਬਾਰਾ ਇਹਨੂੰ ਡਿਸਕਸ ਕਰ ਲੈਂਦੇ। ਪਾਰਟ 3 ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹ ਕੀ 6 ਪਾਰਟਸ ਦੇ ਵਿੱਚ ਡਿਵਾਈਡਡ ਹੈਗੇ ਨੇ, 6 ਕੈਟਾਗਰੀਜ਼ ਦੇ ਵਿੱਚ ਡਿਵਾਈਡਡ ਹੈਗੇ ਨੇ। ਪਹਿਲਾਂ ਕੀ ਹੈਗੇ ਸੀ 7 ਹੈਗੇ ਸੀ। ਰਾਈਟ ਟੂ ਪ੍ਰੋਪਰਟੀ ਨੂੰ ਕੀ ਜਿਹੜਾ ਹੈਗਾ ਆਰਟੀਕਲ 31 ਨੂੰ ਉਹਨੂੰ ਕੀ ਖਤਮ ਕਰ ਦਿੱਤਾ ਗਿਆ 44th ਅਮੈਂਡਮੈਂਟ ਐਕਟ 1978 ਦੇ ਵਿੱਚ। ਹੁਣ ਕੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਜਿਹੜੇ ਕੈਟਾਗਰੀਜ਼ ਰਹਿ ਗਏ ਨੇ 6 ਕੈਟਾਗਰੀਜ਼ ਰਹਿ ਗਏ ਨੇ, ਇਹਨਾਂ ਬਾਰੇ ਆਪਾਂ ਗੱਲ ਕਰ ਰਹੇ ਨੇ। ਤਾਂ ਸਭ ਤੋਂ ਪਹਿਲਾਂ ਕੈਟਾਗਰੀ ਹੈਗੀ ਹੈ ਫੰਡਾਮੈਂਟਲ ਰਾਈਟਸ ਰਿਲੇਟਡ ਟੂ ਇਕੁਐਲਿਟੀ। ਇਕੁਐਲਿਟੀ ਦਾ ਮਤਲਬ ਸਮਾਨਤਾ ਦੇ ਅਧਿਕਾਰ ਹੈ। ਸਮਾਨਤਾ ਦੇ ਅਧਿਕਾਰ ਕਹਿੰਦੇ ਨੇ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਇਹ ਸਮਾਨਤਾ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ। ਅੱਗੇ ਨੈਕਸਟ ਗੱਲ ਕਰਦੇ ਗਏ ਫੰਡਾਮੈਂਟਲ ਰਾਈਟਸ ਰਿਲੇਟਡ ਟੂ ਫਰੀਡਮ ਮਤਲਬ ਆਜ਼ਾਦੀ। ਆਜ਼ਾਦ ਹੋਣ ਦੇ ਅਧਿਕਾਰ ਜਿਹੜੇ ਹੈਗੇ ਨੇ ਉਹ ਕੀ ਹੈ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ ਹੀ ਹੈ, ਉਹਨਾਂ ਬਾਰੇ ਗੱਲ ਕੀਤੀ ਜਾਂਦੀ। ਆਰਟੀਕਲ 19 ਤੋਂ ਲੈ ਕੇ 22 ਤੱਕ ਆਜ਼ਾਦੀ ਦੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ। ਅੱਗੇ ਤੀਜੀ ਕੈਟਾਗਰੀ ਆ ਜਾਂਦੀ, ਉਹ ਕੀ ਹੈ ਫੰਡਾਮੈਂਟਲ ਰਾਈਟਸ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ ਵਿਰੋਧ ਅਧਿਕਾਰ। ਸ਼ੋਸ਼ਣ ਵਿਰੋਧ ਅਧਿਕਾਰਾਂ ਦੀ ਗੱਲ ਕਰੀਏ ਤਾਂ ਆਰਟੀਕਲ 23 ਅਤੇ ਆਰਟੀਕਲ 24 ਦੇ ਵਿੱਚ ਕੀ ਹੈ ਸ਼ੋਸ਼ਣ ਵਿਰੋਧ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਇਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਵੀ ਅੱਗੇ ਕਰਾਂਗੇ ਵੀ ਕੀ ਇਹਨਾਂ ਵਿੱਚ ਕੀ ਦਿੱਤਾ ਗਿਆ, ਲੇਬਰ ਅਗੇਂਸਟ ਦਿੱਤਾ ਗਿਆ ਜਾਂ ਕਿਸ ਚਾਈਲਡ ਲੇਬਰ ਦੇ ਅਗੇਂਸਟ ਦਿੱਤਾ ਗਿਆ ਜਾਂ ਕਿਸ ਤਰ੍ਹਾਂ ਦਾ ਐਕਸਪਲੋਇਟੇਸ਼ਨ ਦੇ ਅਗੇਂਸਟ ਜਿਹੜੀ ਕਿ ਗੱਲ ਕਰਦੇ ਨੇ ਰਾਈਟਸ ਆਪਣੇ। ਅੱਗੇ 4th ਕੈਟਾਗਰੀ ਹੈਗੀ ਫੰਡਾਮੈਂਟਲ ਰਾਈਟਸ ਰਿਲੇਟਡ ਟੂ ਰਿਲੀਜਨ। ਧਰਮ ਦੇ ਨਾਲ ਜਿਹੜੇ ਹੈਗੇ ਨੇ ਸੰਬੰਧਿਤ ਮੌਲਿਕ ਅਧਿਕਾਰ ਹੈਗੇ ਨੇ ਉਹ ਆਰਟੀਕਲ 25 ਤੋਂ ਲੈ ਕੇ ਆਰਟੀਕਲ 28 ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੇ ਉਲੇਖ ਕੀਤਾ ਗਿਆ, ਉਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ ਆਪਣੇ ਸੰਵਿਧਾਨ ਦੇ ਵਿੱਚ। ਅੱਗੇ ਗੱਲ ਕਰਦੇ ਆਪਣੀ 5th ਕੈਟਾਗਰੀ ਜਿਹੜੀ ਹੈਗੀ ਹੈ ਫੰਡਾਮੈਂਟਲ ਰਾਈਟਸ ਰਿਲੇਟਡ ਟੂ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਹੁਣ ਕਲਚਰਲ ਅਤੇ ਐਜੂਕੇਸ਼ਨਲ ਰਾਈਟਸ ਬਾਰੇ ਜਿਹੜੇ ਆਰਟੀਕਲ ਗੱਲ ਕਰਦੇ ਨੇ ਜਿਹੜੇ ਮੌਲਿਕ ਅਧਿਕਾਰ ਹੈਗੇ ਨੇ ਆਰਟੀਕਲ 29 ਅਤੇ ਆਰਟੀਕਲ 30 ਦੇ ਵਿੱਚ ਕੀ ਹੈ ਉਹਨਾਂ ਬਾਰੇ ਗੱਲ ਕੀਤੀ ਜਾਂਦੀ। ਅੱਗੇ ਜਿਹੜੇ ਆਪਣੇ ਲਾਸਟ ਸਭ ਤੋਂ ਇੰਪੋਰਟੈਂਟ ਆਰਟੀਕਲ ਹੈਗਾ ਆਰਟੀਕਲ 20 ਜਿਹੜਾ ਆਪਣਾ ਲਾਸਟ ਸਭ ਤੋਂ ਇੰਪੋਰਟੈਂਟ ਆਰਟੀਕਲ ਹੈਗਾ ਕੈਟਾਗਰੀ ਹੈਗੀ ਹੈ ਉਹ ਹੈਗੀ ਰਾਈਟਸ ਰਿਲੇਟਡ ਟੂ ਕੰਸਟੀਟਿਊਸ਼ਨਲ ਰੈਮੇਡੀਜ਼। ਕੰਸਟੀਟਿਊਸ਼ਨਲ ਰੈਮੇਡੀਜ਼ ਮਤਲਬ ਕਿ ਸੰਵਿਧਾਨ ਦੇ ਉਪਚਾਰਿਕ ਅਧਿਕਾਰ, ਠੀਕ ਹੈ, ਜਿਹੜੇ ਕਿ ਸੰਵਿਧਾਨ ਦਾ ਉਪਚਾਰ ਕੀਤਾ ਜਾ ਸਕੇ। ਜਿਵੇਂ ਕਿ ਆਰਟੀਕਲ 32 ਦੇ ਵਿੱਚ ਹੈ। ਆਰਟੀਕਲ 32 ਦੇ ਵਿੱਚ ਕੀ ਦਿੱਤਾ ਗਿਆ ਹੈ, ਜੇਕਰ ਇਹ ਆਰਟੀਕਲ 32 ਨਾ ਹੋਵੇ ਤਾਂ ਬਾਕੀ ਸਾਰੇ ਆਰਟੀਕਲਸ ਜਿਹੜੇ ਬਾਕੀ ਸਾਰੇ ਫੰਡਾਮੈਂਟਲ ਰਾਈਟਸ ਹੈਗੇ ਨੇ ਆਪਣੇ ਕੀ ਬੇਕਾਰ ਜਾਣਗੇ। ਕਿਉਂ ਆਰਟੀਕਲ 32 ਦੇ ਵਿੱਚ ਹੀ ਆਪਾਂ ਨੂੰ ਕੀ ਨਿਆਂ ਦਿੱਤਾ ਜਾਂਦਾ ਇਹਨਾਂ ਦੇ ਪ੍ਰਤੀ। ਜੇਕਰ ਆਪਾਂ ਨੂੰ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਆਪਣਾ ਅਧਿਕਾਰ ਜਿਹੜੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਕੀ ਹੈ ਸੁਪਰੀਮ ਕੋਰਟ ਜਿਹੜੇ ਹੈਗੇ ਰਿਟ ਜਾਰੀ ਕਰਦੀ ਹੈ ਵੀ ਤੁਸੀਂ ਜਿਹੜਾ ਹੈਗਾ ਆਹ ਫਲਾਣੇ ਪਰਸਨ ਨੂੰ ਆਹ ਜਿਹੜਾ ਅਧਿਕਾਰ ਦਿੱਤਾ ਜਾਏ, ਜਿਹੜਾ ਉਹ ਵੀ ਉਹਦਾ ਅਧਿਕਾਰ ਦੀ ਉਲੰਘਣਾ ਹੋਈ ਉਹਦੇ ਅਧਿਕਾਰ ਦਾ ਪ੍ਰਦਾਨ ਨਹੀਂ ਕੀਤੇ ਗਏ। ਠੀਕ ਹੈ, ਜਿਹੜੇ ਵੀ ਅਧਿਕਾਰ ਉਹਨੂੰ ਪ੍ਰਦਾਨ ਨਹੀਂ ਕੀਤੇ ਗਏ ਉਹ ਕੀ ਹੈ ਜਿਹੜਾ ਹੈਗਾ ਪ੍ਰਦਾਨ ਕੌਣ ਕਰੇਗੀ? ਸੁਪਰੀਮ ਕੋਰਟ ਕਰੇਗੀ ਅੰਡਰ ਆਰਟੀਕਲ 32।
ਇਹਨੂੰ ਕੀ ਜਿਹੜੇ ਹੈਗੇ ਨੇ ਆਪਣੇ ਸੰਵਿਧਾਨ ਦੇ ਜਿਹੜੇ ਫੰਡਾਮੈਂਟ ਪਾਰਟ 3 ਦੇ ਦੰਦ ਵੀ ਕਿਹਾ ਜਾਂਦਾ। ਕਿਉਂ? ਕਿਉਂਕਿ ਜੇਕਰ ਇਹ ਹੀ ਨਾ ਹੋਏਗਾ ਤਾਂ ਫਿਰ ਆਪਾਂ ਨੂੰ ਕੀ ਹੈ ਫਾਇਦਾ ਵੀ ਕੀ ਹੋਏਗਾ, ਫਿਰ ਆਪਾਂ ਨੂੰ ਕੀ ਫਾਇਦਾ ਹੈਗਾ ਉਸ ਚੀਜ਼ ਦਾ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਸਭ ਤੋਂ ਪਹਿਲੇ ਕੈਟੇਗਰੀ ਦੇ ਵਿੱਚ। ਸਭ ਤੋਂ ਪਹਿਲਾਂ ਕੈਟੇਗਰੀ ਦੇ ਵਿੱਚ 4 ਆਰਟੀਕਲਸ ਆਉਂਦੇ ਨੇ। 4 ਆਰਟੀਕਲਸ ਦੇ ਵਿੱਚੋਂ ਆਪਾਂ ਕੀ 2 ਦੀ ਅੱਜ ਗੱਲ ਕਰਾਂਗੇ। ਆਰਟੀਕਲ 14, ਵੈਸੇ 5 ਹੋ ਗਏ, ਆਰਟੀਕਲ 14, 15, 16, 17 ਤੇ 18, 5 ਆਰਟੀਕਲਸ ਹੈਗੇ ਨੇ। 5 ਆਰਟੀਕਲਸ ਦੇ ਵਿੱਚੋਂ ਜਿਹੜੇ ਹੈਗੇ ਨੇ ਆਪਾਂ ਕਿਹਦੀ ਗੱਲ ਕਰਾਂਗੇ ਅੱਜ 2 ਆਰਟੀਕਲਸ ਦੀ ਗੱਲ ਕਰਾਂਗੇ। ਆਰਟੀਕਲ 14 ਤੇ ਆਰਟੀਕਲ 15 ਦੀ ਗੱਲ ਕਰਾਂਗੇ। ਨੈਕਸਟ ਆਪਣੀ ਕਲਾਸ ਦੇ ਵਿੱਚ ਆਪਾਂ ਕੀ ਜਿਹੜੇ 3 ਆਰਟੀਕਲਸ ਹੈ ਤੇ ਨੈਕਸਟ ਦੇ 2 ਆਰਟੀਕਲਸ ਨੂੰ ਆਪਾਂ ਮਤਲਬ ਕਿ 5 ਆਰਟੀਕਲਸ ਬਾਰੇ ਡਿਸਕਸ਼ਨ ਕਰਾਂਗੇ। ਇੱਕ ਹੋਰ ਗਾਈਜ਼ ਕਿ ਇਹ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਸਾਰਿਆਂ ਨੂੰ ਜ਼ਰੂਰੀ ਹੈਗੇ ਨੇ। ਕੋਈ ਜ਼ਰੂਰੀ ਨਹੀਂ ਹੈਗਾ ਜਿੰਦੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਹੀ ਕਿ ਤੁਹਾਨੂੰ ਜਿਹੜੇ ਪਤਾ ਹੋਣੇ ਚਾਹੀਦੇ ਨੇ ਫੰਡਾਮੈਂਟਲ ਰਾਈਟਸ ਕੀ ਹੈਗੇ ਨੇ, ਫੰਡਾਮੈਂਟਲ ਜਿਹਨੂੰ ਮਤਲਬ ਕਿ ਆਪਣੇ ਮੌਲਿਕ ਅਧਿਕਾਰ ਕੀ ਹੈਗੇ ਨੇ। ਹਰੇਕ ਪਰਸਨ ਨੂੰ ਕੀ ਜਿਹੜੇ ਹੈਗਾ ਆਪਣੇ ਅਧਿਕਾਰ ਪਤਾ ਹੋਣੇ ਚਾਹੀਦੇ ਨੇ ਤਾਂ ਜੋ ਕੀ ਹੈ ਜਿਹੜਾ ਹੈਗਾ ਜੇਕਰ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਲੈਂਦੀ ਹੈ ਤਾਂ ਉਹਨਾਂ ਸਮਝ ਸਕੇ। ਜੇਕਰ ਉਹਨੂੰ ਲੱਗਦਾ ਵੀ ਉਹਦਾ ਫੰਡਾਮੈਂਟਲ ਰਾਈਟ ਉਹਦਾ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ ਤਾਂ ਉਹ ਕੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਆਵਾਜ਼ ਉਠਾ ਸਕੇ ਜਾਂ ਫਿਰ ਕੀ ਉਹ ਜਿਹੜਾ ਹੈਗਾ ਆਦੀ ਅਗਲੀ ਪੀੜ੍ਹੀ ਨੂੰ ਜਿਹੜਾ ਹੈਗਾ ਸੰਭਾਲ ਸਕੇ। ਸੋ ਅੱਜ ਗਾਈਜ਼ ਆਪਾਂ ਗੱਲ ਕਰਦੇ ਹਾਂ ਆਰਟੀਕਲ 14 ਦੀ। ਆਰਟੀਕਲ 14 ਕੀ ਗੱਲ ਕਰਦਾ ਹੈ? ਆਰਟੀਕਲ 14 ਸਟੇਟਸ ਦੈਟ ਸਟੇਟ ਸ਼ੈਲ ਨੋਟ ਡਿਨਾਈ ਟੂ ਐਨੀ ਪਰਸਨ। ਸਟੇਟ ਸ਼ੈਲ ਨੋਟ ਡਿਨਾਈ ਮਤਲਬ ਕਿ ਜਿਹੜੀ ਕਿ ਸਰਕਾਰ ਹੈਗੀ ਨਾ ਸਟੇਟ ਗੌਰਮੈਂਟ ਦੀ ਨਹੀਂ ਇੱਥੇ ਗੱਲ ਕਰ ਰਹੇ। ਸਟੇਟ ਦਾ ਮਤਲਬ ਇੱਥੇ ਹੈਗਾ ਕੰਟਰੀ। ਸਟੇਟ ਸ਼ੈਲ ਨੋਟ ਡਿਨਾਈ ਐਨੀ ਪਰਸਨ ਰਾਈਟ ਟੂ ਇਕੁਐਲਿਟੀ ਬਿਫੋਰ ਲੋ। ਰਾਈਟ ਟੂ ਇਕੁਐਲਿਟੀ ਬਿਫੋਰ ਲੋ ਮਤਲਬ ਕੀ ਹੈ ਵੀ ਸਮਾਨਤਾ ਦਾ ਅਧਿਕਾਰ ਹੋਏਗਾ ਕਿਹਨੂੰ? ਰਾਈਟ ਟੂ ਇਕੁਐਲਿਟੀ ਬਿਫੋਰ ਲੋ ਮਤਲਬ ਕੀ ਹੈ ਕਾਨੂੰਨ ਦੇ ਲਈ ਬਰਾਬਰ ਅਧਿਕਾਰ ਹੈਗੇ ਨੇ ਔਰ ਇਕੁਅਲ ਪ੍ਰੋਟੈਕਸ਼ਨ ਆਫ ਲੋ। ਅਤੇ ਕੀ ਹੈ ਕਾਨੂੰਨ ਜਿਹੜਾ ਹੈਗਾ ਸਾਰਿਆਂ ਨੂੰ ਕੀ ਹੈ ਬਰਾਬਰ ਸੁਰੱਖਿਆ ਪ੍ਰਦਾਨ ਕਰੇਗਾ। ਹੁਣ ਇਹਨਾਂ 2 ਟਰਮਸ ਨੂੰ ਆਪਾਂ ਕੀ ਅੱਗੇ ਜਿਹੜਾ ਹੈਗਾ ਡਿਟੇਲ ਦੇ ਵਿੱਚ ਥੋੜ੍ਹਾ ਪੜ੍ਹਾਂਗੇ। ਕਿਉਂਕਿ ਇਹ ਜ਼ਰੂਰੀ ਹੈਗੇ ਨੇ। ਜੇਕਰ ਇਹਨਾਂ ਬਾਰੇ ਆਪਾਂ ਨਾ ਪੜ੍ਹਾਂਗੇ ਜੇਕਰ ਆਪਾਂ ਸਿਰਫ ਇੰਨਾ ਪਤਾ ਹੋਏਗਾ ਇਕੁਐਲਿਟੀ ਬਿਫੋਰ ਲੋ ਤਾਂ ਆਪਾਂ ਨੂੰ ਉਹਦਾ ਮੀਨਿੰਗ ਨਾ ਪਤਾ ਹੋਏਗਾ ਤਾਂ ਇਹ ਕੀ ਯੂਜ਼ਲੈਸ ਹੈਗਾ। ਤਾਂ ਹੁਣ ਕੀ ਆਪਾਂ ਇਹਦਾ ਮੀਨਿੰਗ ਬਾਰੇ ਪਤਾ ਕਰਾਂਗੇ ਵੀ ਇਹਦਾ ਮੀਨਿੰਗ ਕੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕੁਐਲਿਟੀ ਬਿਫੋਰ ਲੋ। ਇਕੁਐਲਿਟੀ ਬਿਫੋਰ ਲੋ ਕਿ ਇੱਕ ਇੰਗਲੈਂਡ ਤੋਂ ਟਰਮ ਜਿਹੜੀ ਹੈਗੀ ਆਪਾਂ ਕੀ ਅਡੋਪਟ ਕੀਤੀ ਹੈ। ਦਾ ਕਨਸੈਪਟ ਓਰੀਜੀਨੇਟਡ ਇਨ ਇੰਗਲੈਂਡ। ਅਤੇ ਇੱਕ ਕਨਸੈਪਟ ਕਿੱਥੇ ਓਰੀਜੀਨੇਟ ਹੋਇਆ ਇਹਦਾ ਜਨਮ ਕਿੱਥੇ ਹੋਇਆ? ਇੰਗਲੈਂਡ ਦੇ ਵਿੱਚ ਹੋਇਆ, ਬ੍ਰਿਟੇਨ ਦੇ ਵਿੱਚ। It is negatively worded concept which means no individual is special in the eyes of law। ਹੁਣ ਕੀ ਇੱਥੇ ਗੱਲ ਕਰ ਰਹੇ ਨੈਗੇਟਿਵ ਵਰਡ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਨੈਗੇਟਿਵ ਵਰਡ ਤੋਂ। ਨੋ ਇੰਡੀਵਿਜੂਅਲ ਕੋਈ ਵੀ ਵਿਅਕਤੀ ਜਿਹੜਾ ਹੈਗਾ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਸਪੈਸ਼ਲ ਨਹੀਂ ਹੈਗਾ, ਖਾਸ ਨਹੀਂ ਹੈਗਾ। ਸਾਰੇ ਦੇ ਸਾਰੇ ਵਿਅਕਤੀ ਜਿਹੜੇ ਹੈਗੇ ਨੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਬਰਾਬਰ ਹੈਗੇ ਨੇ। ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਚਾਹੇ ਉਹ ਕੀ ਹੈ ਕਿਸੇ ਵੀ ਵੱਡੇ ਅਹੁਦੇ 'ਤੇ ਕੰਮ ਕਰਦਾ। ਜੇਕਰ ਉਹ ਕੋਈ ਨਾ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਕੀ ਕਾਨੂੰਨ ਦੇ ਬਰਾਬਰ ਉਹਨੂੰ ਕੀ ਹੈ ਕਾਨੂੰਨ ਦੇ ਅਕੋਰਡਿੰਗ ਉਹਨੂੰ ਕੀ ਜਿਹੜਾ ਹੈਗਾ ਬਰਾਬਰ ਦੀ ਸਜ਼ਾ ਦਿੱਤੀ ਜਾਏਗੀ ਐਜ਼ ਕੰਪੇਅਰ ਟੂ ਪੋਰ ਪੀਪਲ ਜੇਕਰ ਉਹ ਵੀ ਜਿਹੜਾ ਹੈਗਾ ਸੇਮ ਕ੍ਰਾਈਮ ਕਰਦਾ ਤਾਂ। ਅੱਗੇ ਗੱਲ ਕਰਦੇ ਹਾਂ ਦੈਟ ਇਜ਼ ਆਲ ਪਰਸਨ ਇਰਰਿਸਪੈਕਟਿਵ ਆਫ ਦੇਅਰ ਰੈਂਕ ਐਂਡ ਪੋਜੀਸ਼ਨ ਆਰ ਇਕੁਅਲ ਬਿਫੋਰ ਲੋ ਦੈਟ ਇਜ਼ ਦੇ ਸ਼ੈਲ ਬੀ ਟ੍ਰੀਟਡ ਇਕੁਅਲੀ ਬਾਈ ਦ ਲੋ। ਹੁਣ ਇੱਥੇ ਉਹੀ ਗੱਲ ਕਰ ਰਹੀ ਵੀ ਲੋ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਨਾ ਕਾਨੂੰਨ ਸਾਰਿਆਂ ਲਈ ਬਰਾਬਰ ਹੈਗਾ ਅਤੇ ਸਾਰਿਆਂ ਨੂੰ ਕਾਨੂੰਨ ਕੀ ਇਕੁਅਲੀ ਟਰੀਟ ਕਰੇਗਾ। ਜੇਕਰ ਕੋਈ ਜੱਜ ਵੀ ਹੈਗਾ ਨਾ ਸਪੋਜ਼ ਕਰ ਲਓ ਕੋਈ ਜੱਜ ਹੈਗਾ ਜੇਕਰ ਉਹਨਾਂ ਨੇ ਕੋਈ ਵੀ ਨਾ ਕੋਈ ਜਿਹੜੀ ਹੈਗੀ ਮਿਸ ਹੈਪਨਿੰਗ ਕੀਤੀ ਹੈ ਜਾਂ ਫਿਰ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੋ ਗਿਆ ਜਾਂ ਉਹਨਾਂ ਨੇ ਕੀਤਾ ਤਾਂ ਉਹਨੂੰ ਕੀ ਜਿਹੜਾ ਹੈਗਾ ਸੇਮ ਸਜ਼ਾ ਦਿੱਤੀ ਜਾਏਗੀ। ਹੁਣ ਸਪੋਜ਼ ਕਰ ਲਓ ਜੇਕਰ ਜੱਜ ਨੇ ਉਹੀ ਜਿਹੜਾ ਹੈਗਾ ਕ੍ਰਾਈਮ ਕੀਤਾ ਸੇਮ ਕ੍ਰਾਈਮ ਕੀ ਕਿਸੇ ਪੋਰ ਪਰਸਨ ਨੇ ਕੀਤਾ ਜਾਂ ਫਿਰ ਕੀ ਕਿਸੇ ਕਲਰਕ ਨੇ ਕੀਤਾ ਤਾਂ ਸੇਮ ਸਜ਼ਾ ਉਹਨੂੰ ਦਿੱਤੀ ਜਾਏਗੀ। ਸੇਮ ਸਜ਼ਾ ਹੀ ਜਿਹੜਾ ਹੈਗਾ ਜੱਜ ਨੂੰ ਦਿੱਤੀ ਜਾਏਗੀ ਜੇਕਰ ਉਹਨਾਂ ਨੇ ਕ੍ਰਾਈਮ ਕੀਤਾ ਹੈ ਤਾਂ। ਇਹ ਸਿਰਫ ਐਗਜ਼ਾਮਪਲ ਹੈ। ਅੱਗੇ ਆਪਾਂ ਗੱਲ ਕਰਦੇ ਹਾਂ the president and governor have some exceptional powers regarding equality before law। ਹੁਣ ਕੀ ਪ੍ਰੈਜ਼ੀਡੈਂਟ ਅਤੇ ਗਵਰਨਰ ਕੋਲ ਕੀ ਕੁਛ ਐਕਸੈਪਸ਼ਨਲ ਪਾਵਰਸ ਹੈਗੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਹੁਣ ਕੀ ਇਹ ਪ੍ਰੈਜ਼ੀਡੈਂਟ ਦੇ ਖਿਲਾਫ ਕੋਈ ਵੀ ਜਿਹੜੀ ਕਿ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਹੈਗਾ ਕ੍ਰਿਮੀਨਲ ਪ੍ਰੋਸੀਡਿੰਗ ਦਾ ਜਿਹੜਾ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਅਤੇ ਨਾ ਹੀ ਉਹਨਾਂ ਦੇ ਅੱਗੇ ਉਹਨਾਂ ਦੇ ਲਈ ਸਿਵਲ ਪ੍ਰੋਸੀਡਿੰਗ ਲਗਾਈ ਜਾ ਸਕਦੀ ਹੈ। ਅਤੇ ਇੱਕ ਹੋਰ ਕੀ ਹੈ ਜੇ ਸਿਵਲ ਪ੍ਰੋਸੀਡਿੰਗ ਲਗਾਉਣੀ ਤਾਂ ਉਹਨਾਂ ਨੂੰ ਕੀ ਪਹਿਲਾਂ ਨੋਟਿਸ ਦੇਣਾ ਪਏਗਾ ਫਿਰ ਕਿ ਉਹਨਾਂ ਦੇ ਖਿਲਾਫ ਸਿਵਲ ਪ੍ਰੋਸੀਡਿੰਗ ਜਿਹੜੀ ਕਿ ਸਟਾਰਟ ਕੀਤੀ ਜਾਏਗੀ। ਇੱਕ ਹੋਰ ਗੱਲ ਜਿਹੜਾ ਹੈਗਾ ਗਵਰਨਰ ਅਤੇ ਪ੍ਰੈਜ਼ੀਡੈਂਟ ਨੂੰ ਕੀ ਹੈ ਕੋਰਟ ਆਫ ਲੋਅ ਦੇ ਵਿੱਚ ਉਹਨੂੰ ਕੀ ਮਤਲਬ ਕਿ ਉਹਨੂੰ ਕੀ ਜਿਹੜਾ ਹੈਗਾ ਕੋਰਟ ਆਫ ਲੋਅ ਦੇ ਅਕੋਰਡਿੰਗ ਉਹਨੂੰ ਗਿਲਟੀ ਨਹੀਂ ਜਿਹੜਾ ਹੈਗਾ ਠਹਿਰਾਇਆ ਜਾ ਸਕਦਾ। ਮਤਲਬ ਕੀ ਹੈ ਉਹ ਕੀ ਹੈ ਜਿਹੜਾ ਹੈਗਾ ਕੋਰਟ ਦੇ ਵਿੱਚ ਜਾ ਕੇ ਕੀ ਕਿਸੇ ਵੀ ਜੱਜ ਨੂੰ ਆਨਸਰੇਬਲ ਨਹੀਂ ਹੈਗਾ।
president is not answerable in court of law, governor is not answerable in court of law। मतलब कि कटघरे जाके ਉਹ ਇਹ ਨਹੀਂ ਦੱਸਣਗੇ ਵੀ ਉਹਨਾਂ ਨੇ ਇੱਕ ਐਕਟ ਕੀਤਾ ਕਿਉਂ ਕੀਤਾ, ਇਹਦੇ ਪਿੱਛੇ ਮਕਸਦ ਕੀ ਸੀ। ਐਜ਼ ਲੌਂਗ ਐਜ਼ ਹੀ ਔਰ ਸ਼ੀ ਇਜ਼ ਅ ਪ੍ਰੈਜ਼ੀਡੈਂਟ ਔਰ ਗਵਰਨਰ, ਮਤਲਬ ਕਿ ਜਦੋਂ ਤੱਕ ਉਹ ਆਦੇ ਅਹੁਦੇ 'ਤੇ ਹੈਗਾ ਉਦੋਂ ਤੱਕ ਉਹਨੂੰ ਕੀ ਹੈ ਜਿਹੜਾ ਹੈਗਾ ਕੋਰਟ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਹਾਂ ਜੇਕਰ ਉਹ ਕੀ ਹੈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਦੈਨ ਉਹ ਕੀ ਜਿਹੜਾ ਹੈਗਾ ਕੋਰਟ ਦੇ ਵਿੱਚ ਆ ਕੇ ਉਹਨਾਂ ਕੋਲ ਕੁਐਸਚਨ ਪੁੱਛੇ ਜਾ ਸਕਦੇ ਨੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ, ਆਪਾਂ ਨੈਕਸਟ ਆਪਣੀ ਟਰਮ ਜਿਹੜੀ ਕਿ ਪੜ੍ਹਨੀ ਹੈਗੀ ਹੈ ਉਹ ਹੈਗੀ ਹੈ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਹੁਣ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਮਤਲਬ ਕੀ ਹੈ, ਕਾਨੂੰਨ ਸਾਰਿਆਂ ਨੂੰ ਜਿਹੜਾ ਹੈਗਾ ਬਰਾਬਰ ਦੀ ਜਿਹੜੀ ਕਿ ਸੁਰੱਖਿਆ ਪ੍ਰਦਾਨ ਕਰਦਾ, ਸਾਰਿਆਂ ਨੂੰ ਬਰਾਬਰ, ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਲੋਅਰ ਰੈਂਕ 'ਤੇ ਕੰਮ ਕਰਦਾ ਹੈ, ਕਲਰਕ ਹੈ, ਚਾਹੇ ਉਹ ਕੀ ਹੈ ਜਿਹੜਾ ਹੈਗਾ ਕੋਈ ਅਪਰ ਪੋਸਟ ਜਿਹੜਾ ਹੈਗਾ ਅਪਰ ਕਲਾਸ ਦੇ ਵਿੱਚ ਕੰਮ ਕਰਦਾ ਹੈ। ਤਾਂ ਹੁਣ ਕੀ ਆਪਾਂ ਗੱਲ ਕਰਦੇ ਹਾਂ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਦਾ ਕਨਸੈਪਟ ਓਰੀਜੀਨੇਟਡ ਇਨ ਯੂਨਾਈਟਿਡ ਸਟੇਟਸ। ਹੁਣ ਯੂਨਾਈਟਿਡ ਸਟੇਟਸ ਵਿੱਚ ਇਹਦਾ ਕੀ ਜਨਮ ਹੋਇਆ, ਓਰੀਜੀਨੇਟ ਹੋਇਆ। ਇਟ ਇਜ਼ ਅ ਪੋਜ਼ੀਟਿਵ ਕਨਸੈਪਟ ਦੈਟ law shall give equal treatment in equal circumstances, that is like should be treated alike। ਹੁਣ ਕੀ ਇਹ 'ਤੇ ਗੱਲ ਕਰ ਰਹੇ ਨੇ ਇੱਕ ਪੋਜ਼ੀਟਿਵ ਟਰਮ ਜਿਹੜੀ ਹੈਗੀ ਇਹਦੇ ਵਿੱਚ ਕੀ ਗੱਲ ਕਰ ਰਹੇ ਨੇ ਵੀ ਜਿਹੜਾ ਕਾਨੂੰਨ ਹੈਗਾ ਨਾ ਉਹ ਸਾਰਿਆਂ ਨੂੰ ਕੀ ਬਰਾਬਰ ਦਾ ਟਰੀਟਮੈਂਟ ਦੇਗਾ, ਸਾਰਿਆਂ ਨੂੰ ਕੀ ਬਰਾਬਰ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਟਰੀਟਮੈਂਟ ਦੇਗਾ ਇਕੁਅਲ ਸਰਕਮਸਟੈਂਸਿਸ ਦੇ ਵਿੱਚ। ਜੇਕਰ ਕੀ ਹੈ ਹਰੇਕ ਕੁਆਲਿਟੀ ਜਿਹੜੇ ਹੈਗੇ ਹਰੇਕ ਸੁਸਾਇਟੀ ਜਿਹੜੀ ਹੈਗੀ ਹੈ, ਜੇਕਰ ਸੁਸਾਇਟੀ ਦੇ ਵਿੱਚ ਹਰੇਕ ਪਰਸਨ ਜਿਹੜਾ ਹੈਗਾ ਹਰੇਕ ਕਲਾਸ ਜਿਹੜੀ ਕਿ ਬਰਾਬਰ ਦੀ ਹੈਗੀ ਹੈ, ਸਪੋਜ਼ ਕਰ ਲਓ ਅਪਰ ਕਲਾਸ ਜਿਹੜੀ ਹੈਗੀ ਹੈ ਅਪਰ ਕਲਾਸ ਦੇ ਬਰਾਬਰ ਜਿਹੜੀ ਹੈਗੀ ਮਿਡਲ ਕਲਾਸ ਅਤੇ ਲੋਅਰ ਕਲਾਸ ਅਪਰ ਕਲਾਸ ਦੇ ਬਰਾਬਰ ਆ ਗਏ ਨੇ, ਤਾਂ ਹੁਣ ਕੀ ਜੇਕਰ ਮਤਲਬ ਕਿ ਤਾਂ ਉਹਨਾਂ ਕੀ ਸਰਕਮਸਟੈਂਸਿਸ ਸੇਮ ਹੈਗੇ ਨੇ, ਸੇਮ ਸੁਸਾਇਟੀ ਹੈਗੀ ਹੈ, ਉਹਨਾਂ ਦੀ ਬੈਕਗਰਾਊਂਡ ਸੇਮ ਹੈਗੀ ਹੈ, ਉਹਨਾਂ ਦੀ ਜਿਹੜੀ ਹੈਗੀ ਇਕਨੋਮਿਕ ਸਿਚੁਏਸ਼ਨ ਸੇਮ ਹੈਗੀ ਹੈ, ਉਹ ਕਿਸੇ ਵੀ ਡਿਜ਼ੀਜ਼ ਤੋਂ ਨਹੀਂ ਜਿਹੜੇ ਹੈਗੇ ਸਫਰ ਹੋ ਰਿਹਾ, ਤਾਂ ਮਤਲਬ ਕੀ ਜਿਹੜੇ ਹੈਗੇ ਉਹਨਾਂ ਨੂੰ ਕੀ ਜਿਹੜੇ ਹੈਗੇ ਨਾ ਇਕੁਅਲ ਸਰਕਮਸਟੈਂਸ ਹੈਗੇ ਨੇ, ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਇਕੁਅਲੀ ਟਰੀਟ ਕੀਤਾ ਜਾਏਗਾ। ਜੇਕਰ ਕਿਤੇ ਵੀ ਜਿਹੜਾ ਹੈਗਾ ਲੋਅਰ ਬੈਕਗਰਾਊਂਡ ਤੋਂ ਲੋਕ ਹੈਗੇ ਨੇ ਤਾਂ ਉਹਨਾਂ ਨੂੰ ਕੀ ਅਪਲਿਫਟ ਕਰਨ ਵਾਸਤੇ ਕਿ ਗੌਰਮੈਂਟ ਜਿਹੜੀ ਹੈਗੀ ਇੱਕ ਥੋੜ੍ਹੀ ਜਿਹੜੀ ਹੈਗੀ ਹੈ ਇੱਥੇ ਕੀ ਹੈ ਉਹਨਾਂ ਨੂੰ ਜਿਹੜੀ ਹੈਗੀ ਪ੍ਰੈਫਰੈਂਸ ਦਿੰਦੀ ਹੈ, ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਕਰਦੀ ਹੈ ਅਪਰ ਕਾਸਟ ਦੇ ਲੋਕਾਂ ਨਾਲ। ਬਟ ਇਹ ਡਿਸਕ੍ਰਿਮੀਨੇਸ਼ਨ ਕੀ ਪੋਜ਼ੀਟਿਵ ਡਿਸਕ੍ਰਿਮੀਨੇਸ਼ਨ ਹੈਗੀ, ਇਹ ਪੋਜ਼ੀਟਿਵ ਹੈ। ਕਿਉਂਕਿ ਜੇਕਰ ਅਪਰ ਕਲਾਸ ਨੂੰ ਆਪਾਂ ਹੋਰ ਅਪ ਕਰਾਂਗੇ, ਉਹਨਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਂਦੇ ਐਜ਼ ਕੰਪੇਅਰ ਟੂ ਲੋਅਰ ਕਲਾਸ, ਤਾਂ ਫਿਰ ਕੀ ਲੋਅਰ ਕਲਾਸ ਮਤਲਬ ਕਿ ਅਪਲਿਫਟ ਹੋਏਗੀ ਨਹੀਂ, ਅਪਰ ਕਲਾਸ ਹੋਰ ਅਪਲਿਫਟ ਹੋ ਜਾਏਗੀ, ਤਾਂ ਲੋਅਰ ਕਲਾਸ ਉੱਥੇ ਦੀ ਉੱਥੇ ਰਹਿ ਜਾਏਗੀ। ਇਹਦਾ ਮਤਲਬ ਕੀ ਹੈ ਜਿਹੜਾ ਹੈਗਾ ਲੋਅਰ ਕਲਾਸ ਨੂੰ ਅਪਰ ਕਲਾਸ ਦੇ ਬਰਾਬਰ ਹੈ, ਐਟਲੀਸਟ ਅਪਰ ਕਲਾਸ ਨਹੀਂ ਤਾਂ ਮਿਡਲ ਕਲਾਸ ਦੇ ਬਰਾਬਰ ਲਿਆਉਣ ਵਾਸਤੇ ਕੀ ਜਿਹੜਾ ਹੈਗਾ ਗੌਰਮੈਂਟ ਕਈ ਤਰ੍ਹਾਂ ਦੀ ਇਨੀਸ਼ੀਏਟਿਵ ਚਲਾਉਂਦੀ, ਜਿਹਨੂੰ ਕਿ ਆਪਾਂ ਕੀ ਹੈ ਪੋਜ਼ੀਟਿਵ ਜਾਂ ਫਿਰ ਕੀ ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ ਦਾ ਨਾਮ ਦੇ ਦੀ ਹੈ। ਇਹਦੇ ਵਿੱਚ ਆਪਾਂ ਅੱਗੇ ਪੜ੍ਹਦੇ ਹਾਂ। It does not mean uniform application of laws under all the circumstances। ਹੁਣ ਇੱਥੇ ਇਹ ਗੱਲ ਨਹੀਂ ਕਰ ਰਹੇ ਵੀ ਹਰੇਕ ਸਰਕਮਸਟੈਂਸ ਵਿੱਚ ਯੂਨੀਫਾਰਮ ਜਿਹੜਾ ਹੈਗਾ ਐਪਲੀਕੇਸ਼ਨ ਲਗਾਈ ਜਾਏਗੀ, ਮਤਲਬ ਕਿ ਸਾਰਿਆਂ ਨੂੰ ਕਾਨੂੰਨ ਬਰਾਬਰ ਹੋਏਗਾ ਜਿੱਤੇ ਅੰਡਰ ਆਲ ਦਾ ਸਰਕਮਸਟੈਂਸ। ਰੈਦਰ ਇਟ ਸੇਜ਼, ਹੁਣ ਇੱਥੇ ਕੀ ਗੱਲ ਕਰ ਰਹੇ ਨੇ ਦੈਟ ਬਿਫੋਰ ਦਾ ਲਾਅ ਅਪਲਾਈਡ on different individuals or a group situational variations shall be taken into account। ਹੁਣ ਕੀ ਹੈ ਜਿਹੜੇ ਕਿ ਸਿਚੁਏਸ਼ਨਲ ਵੇਰੀਏਸ਼ਨਸ ਦੇਖੇ ਜਾਣਗੇ ਵੀ ਉੱਥੇ ਸਿਚੁਏਸ਼ਨ ਕੀ ਹੈਗੀ ਹੈ, ਜੇਕਰ ਸਿਚੁਏਸ਼ਨ ਵਰਸ ਹੈਗੀ ਤਾਂ ਉਹਨਾਂ ਨੂੰ ਕੀ ਜਿਹੜੇ ਹੈਗੇ ਨੇ ਕੁਛ ਨਾ ਕੁਛ ਜਿਹੜੇ ਹੈਗੇ ਨੇ ਉਹਨਾਂ ਨੇ ਅਧਿਕਾਰ ਐਕਸੈਪਸ਼ਨਲ ਅਧਿਕਾਰ ਦਿੱਤੇ ਜਾਣਗੇ ਵੀ ਉਹਨਾਂ ਦੇ ਅਪਲਿਫਟਮੈਂਟ ਵਾਸਤੇ। Equal protection of law thus allows a form of discrimination which is also known as protective or positive discrimination। ਤਾਂ ਆਪਾਂ ਇਹਨਾਂ ਬਾਰੇ ਪਹਿਲਾਂ ਗੱਲ ਹੀ ਕਰ ਹੀ ਲਈ ਹੈ ਵੀ ਅਪਰ ਕਾਸਟ ਦੇ ਬਰਾਬਰ ਜਿਹੜੇ ਹੈਗਾ ਲੋਅਰ ਕਲਾਸ ਨੂੰ ਲਿਆਉਣ ਵਾਸਤੇ ਕਿ ਉਹਨਾਂ ਨੂੰ ਕੀ ਇੱਕ ਉਹਨਾਂ ਨਾਲ ਅਪਰ ਕਲਾਸ ਦੇ ਲੋਕਾਂ ਨਾਲ ਕੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ, ਜਿਹਨੂੰ ਕਿ ਆਪਾਂ ਕੀ ਪੋਜ਼ੀਟਿਵ ਡਿਸਕ੍ਰਿਮੀਨੇਸ਼ਨ ਦਾ ਨਾਮ ਦੇ ਦਿੱਤੀ ਹੈ। ਜਿਵੇਂ ਕਿ ਹੁਣ ਆਪਾਂ ਕੀ ਕਈ ਜਿਹੜੇ ਹੈਗੇ ਨੇ ਮਿਡਲ ਕਲਾਸ ਲੋਕ ਹੈਗੇ ਨੇ ਜਾਂ ਫਿਰ ਕੀ ਲੋਅਰ ਕਲਾਸ ਲੋਕ ਹੈਗੇ ਨੇ, ਉਹਨਾਂ ਨੂੰ ਕੀ ਜਿਹੜਾ ਹੈਗਾ ਥੋੜ੍ਹਾ ਜਿਹਾ ਅਪ ਕਰਨ ਵਾਸਤੇ ਕੀ ਗੌਰਮੈਂਟ ਜਿਹੜੇ ਉਹਨਾਂ ਨੂੰ ਕੀ ਰਿਜ਼ਰਵੇਸ਼ਨ ਦੇ ਦਿੰਦੀ ਹੈ। ਉਹਨਾਂ ਨੂੰ ਜਿਹੜਾ ਹੈਗਾ ਇਕਨੋਮਿਕਲੀ ਵੀਕਰ ਸੈਕਸ਼ਨ ਐਜੂਕੇਸ਼ਨਲੀ ਵੀਕਰ ਸੈਕਸ਼ਨ ਨੂੰ ਕੀ ਹੈ ਅਲੱਗ ਤਰ੍ਹਾਂ ਦੀ ਜਿਹੜੇ ਹੈਗੇ ਉਹਨਾਂ ਐਡਵਾਂਸਮੈਂਟ ਵਾਸਤੇ ਉਹਨਾਂ ਦੇ ਅਲੱਗ-ਅਲੱਗ ਪ੍ਰੋਵੀਜ਼ਨਸ ਲੈ ਕੇ ਆਉਂਦੀ ਹੈ। ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਪ੍ਰੋਵੀਜ਼ਨ ਲੈ ਕੇ ਆਉਂਦੀ ਹੈ, ਜਾਂ ਫਿਰ ਕੀ ਹੈ ਉਹਨਾਂ ਦੇ ਵਰਕ ਵਾਸਤੇ ਉਹਨਾਂ ਦੀ ਜੋਬਸ ਵਾਸਤੇ ਉਹਨਾਂ ਵਾਸਤੇ ਅਲੱਗ-ਅਲੱਗ ਪ੍ਰੋਵੀਜ਼ਨ ਲੈ ਕੇ ਆਉਂਦੀ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਇਕੁਐਲਿਟੀ ਬਿਫੋਰ ਲਾਅ ਦੋਨੋਂ ਜਿਹੜੇ ਕਨਸੈਪਟ ਸਮਝ ਆ ਗਏ ਹੋਣਗੇ। ਤਾਂ ਆਪਾਂ ਨੈਕਸਟ ਗੱਲ ਕਰਦੇ ਹਾਂ। ਨੈਕਸਟ ਆਪਣਾ ਆਰਟੀਕਲ ਹੈਗਾ ਆਰਟੀਕਲ 15। ਆਰਟੀਕਲ 15 ਦੇ ਵਿੱਚ ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਆਰਟੀਕਲ 15 ਕਲੋਜ਼ 1। ਹੁਣ ਦੇਖੋ ਇਹਦੇ ਵਿੱਚ ਕੀ 5-6 ਜਿਹੜੇ ਹੈਗੇ ਨੇ ਕਲੋਜ਼ ਹੈਗੇ ਨੇ। ਅੱਗੇ ਕੀ ਹੈ ਆਰਟੀਕਲ 15 ਕੀ ਸਬ ਕਲੋਜ਼ ਦੇ ਵਿੱਚ ਡਿਵਾਈਡ ਕੀਤਾ ਗਿਆ।
देखो इत्थे मेरा पर्पज़ सिर्फ जिहड़ा हैगा कंपीटेटिव एग्जाम्स दे विच स्टूडेंट्स नूं जिहड़ा हैगा रट्टा मरवाना नहीं हैगा। इत्थे की तुहानूं एक तरह की नॉलेज देना मेरा मकसद हैगा भी तुहानूं जिहड़ा हैगा आप घट्टो घट्ट आपदे राइट्स दे बारे तुहानूं पता होए। जेकर कोई भी जिहड़ा पर्सन जिहड़ा हैगा तुहानूं इन्हां तो रोकदा है, उन्हां ते रोक लगांदा, तुहानूं अधिकार नहीं प्रदान करदा तां तुसीं की जिहड़ा हैगा आवाज़ उठा सको। तो हुण गल करदे आर्टिकल 15 क्लोज 1 स्टेट शैल नॉट डिस्क्रिमिनेट अगेंस्ट citizen only on the ground of religion, race, caste, sex, place of birth or any of them। ਹੁਣ ਕੀ ਜਿਹੜਾ ਹੈਗਾ ਸਟੇਟ ਜਿਹੜੀ ਹੈ, ਸਟੇਟ ਮਤਲਬ ਕਿ ਇੱਥੇ ਕੰਟਰੀ ਦੀ ਗਵਰਨਮੈਂਟ ਜਿਹੜੀ ਹੈ ਸੈਂਟਰਲ ਗਵਰਨਮੈਂਟ ਹੋਗੀ, ਉਹਦੇ ਵਿੱਚ ਜਿਹੜਾ ਹੈਗਾ ਸਟੇਟ ਸ਼ੈਲ ਨੋਟ ਡਿਸਕ੍ਰਿਮੀਨੇਟ ਭੇਦਭਾਵ ਨਹੀਂ ਕਰ ਸਕਦੀ ਅਗੇਂਸਟ ਐਨੀ ਸਿਟੀਜ਼ਨ, ਕਿਸੇ ਵੀ ਜਿਹੜਾ ਹੈਗਾ ਆਪਣੇ ਨਾਗਰਿਕ ਦੇ ਖਿਲਾਫ ਕੋਈ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰੇਗੀ। ਓਨਲੀ ਔਨ ਦ ਗਰਾਊਂਡਸ ਆਫ ਕਿਹੜੇ ਗਰਾਊਂਡਸ 'ਤੇ ਰਿਲੀਜਨ ਦੇ ਬੇਸ 'ਤੇ कि वो भी जो फलाने रिलीजन तो है इस करके उन्हें जो है आ वाली जॉब जी ए जॉब के जॉब नहीं दी जाएगी, ए ग्रेड जॉब के जॉब नहीं दी जाएगी, या फिर बी ग्रेड के अस्तित्व भी नहीं है। इतने कोई तरह इस तरह की कोई गल नहीं। रेस का मतलब इतने की है कलर, वाइट ब्लैक की गल करते हैं ना, तो वाइट ब्लैक की है रेस में कंसीडर किया जाता है। अगे कास्टिज़म बहुत ज़्यादा है अपने इतने SC STs जनरल, ठीक है, OBCs, तो इन्हों की इन्होंने बेस से कोई जोड़ा किसी तरह का भेदभाव नहीं किया जाएगा। जनरल वास्ते भी जोड़ा सेम कैटागरी होगी, हाँ उन्होंने जोड़े अगे कैटागरी सी इकोनॉमिकली वीकर सैक्शन है या फिर एजुकेशनली वीकर सैक्शन है, तो उन्होंने वास्ते जोड़े गवर्नमेंट अलग तरह के प्रोविजन लैके आएगी। तो उन्होंने बारे आप अगे पढ़ांगे। अगे आगे सैक्स के बेस से सब तो ज़्यादा जी डिस्क्रिमिनेशन होंगी है, मेल्स तो फीमेल के बहुत ज़्यादा डिस्क्रिमिनेशन होंगी है। बट ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਗਵਰਨਮੈਂਟ ਜਿਹੜੀ ਕਿ ਕੰਟਰੋਲ ਕਰ ਰਹੀ ਹੈ, ਬਟ ਫਿਰ ਵੀ ਆਪਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਮੈਟਰੀਮੋਨੀ ਮਤਲਬ ਕਿ ਜਿੱਥੇ ਲੋਕ ਜਿਹੜੇ ਹੈਗੇ ਨੇ ਮੈਨਸ ਜਿਹੜੇ ਹੈਗੇ ਸੁਪਰੀਮ ਹੁੰਦੇ ਨੇ ਉਹਨਾਂ ਬਾਰੇ ਆਪਾਂ ਕੀ ਹੈ ਦੇਖ ਹੀ ਰਹੇ ਹਾਂ। ਅੱਗੇ ਗੱਲ ਕਰਦੇ ਪਲੇਸ ਆਫ ਬਰਥ ਕਿ ਜਨਮ ਸਥਾਨ ਦੇ ਬੇਸ 'ਤੇ ਵੀ ਆਪਾਂ ਜਿਹੜਾ ਹੈਗਾ ਭੇਦਭਾਵ ਨਹੀਂ ਕਰ ਸਕਦੇ। ਸੋ ਆਈ ਹੋਪ ਗਾਈਜ਼ ਆਰਟੀਕਲ 15 क्लोज 1 ਦੇ ਵਿੱਚ ਤੁਹਾਨੂੰ ਕੀ ਜਿਹੜਾ ਹੈਗਾ ਪਤਾ ਲੱਗ ਗਿਆ ਹੋਏਗਾ ਵੀ ਸਟੇਟ ਨੂੰ ਕੀ ਇੱਕ ਲਗਾਮ ਲਗਾਏਗੀ ਵੀ ਤੁਸੀਂ ਜਿਹੜਾ ਕਿ ਕੋਈ ਵੀ ਜਿਹੜੀ ਧਿਆਨ ਰੱਖਣਾ ਨਾ, ਤਾਂ ਤੁਸੀਂ ਕੀ ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ ਇਹਨਾਂ ਜਿਹੜੇ ਹੈਗੇ ਨੇ ਕੰਡੀਸ਼ਨਸ ਇਹਨਾਂ ਗਰਾਊਂਡਸ 'ਤੇ ਤੁਸੀਂ ਭੇਦਭਾਵ ਨਹੀਂ ਕਰ ਸਕਦੇ ਕਿਸੇ ਵੀ ਪਰਸਨ ਨਾਲ। ਉਹ ਪਰਸਨ ਕੀ ਹੈ ਸਿਰਫ ਦੇਸ਼ ਦਾ ਨਾਗਰਿਕ ਹੋਣਾ ਚਾਹੀਦਾ। ਆਰਟੀਕਲ 15 क्लोज 1 ਦੇ ਵਿੱਚ ਇਹ ਦਿੱਤਾ ਗਿਆ। ਹਾਂ ਨੈਕਸਟ ਅੱਗੇ ਆਰਟੀਕਲ ਦੇ ਵਿੱਚ ਆਪਾਂ ਪੜ੍ਹਾਂਗੇ ਜੇਕਰ ਕਿਸੇ ਵੀ ਜਿਹੜਾ ਹੈਗਾ ਕੋਈ ਫੋਰਨਰ ਹੈਗਾ ਉਹਨੂੰ ਕੋਈ ਅਧਿਕਾਰ ਇਸ ਤਰ੍ਹਾਂ ਦਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ। अगे गल करते आर्टिकल 15 क्लोज 2। आर्टिकल 15 क्लोज 2 प्रोहिबिट्स द स्टेट एज वेल एज द इंडिविजुअल both from discriminating against any citizen only on the ground of religion, race, caste, sex, place of birth or any of them in having access to public places। ਹੁਣ ਕਿ आर्टिकल 15 क्लोज 2 ਜਿਹੜਾ ਹੈਗਾ प्रोहिबिट करता, मतलब प्रोहिबिट ਦਾ मतलब ਇੱਥੇ ਹੈਗਾ ਰੋਕ ਲਗਾਉਂਦਾ ਹੈ। प्रोहिबिट्स the state ਐਜ਼ ਵੈਲ ਐਜ਼ ਇੰਡੀਵਿਜੂਅਲ, ਸਟੇਟ ਗੌਰਮੈਂਟ ਨੂੰ ਤਾਂ ਜਿਹੜਾ ਹੈਗਾ ਰੋਕ ਲਗਾਉਂਦਾ ਹੀ ਹੈ ਗੌਰਮੈਂਟ ਦੇ, ਐਜ਼ ਵੈਲ ਐਜ਼ ਇੰਡੀਵਿਜੂਅਲ, ਉਹ ਚਾਹੇ ਉਹ ਪ੍ਰਾਈਵੇਟ ਇੰਡੀਵਿਜੂਅਲ ਹੈਗਾ ਨਾ, ਪ੍ਰਾਈਵੇਟ ਇੰਡੀਵਿਜੂਅਲ 'ਤੇ ਵੀ ਕੀ ਇੱਕ ਰੋਕ ਲਗਾਉਂਦਾ ਹੈ ਕਿ ਉਹ ਜਿਹੜਾ ਹੈਗਾ ਡਿਸਕ੍ਰੀਮੀਨੇਟ ਨਾ ਕਰੇ, ਕਿਸੇ ਵੀ ਵਿਅਕਤੀ ਨਾਲ ਭੇਦਭਾਵ ਨਾ ਕਰੇ। ਉਹਦੇ ਗਰਾਊਂਡਸ 'ਤੇ ਕਿਹੜੇ ਗਰਾਊਂਡਸ 'ਤੇ ਆਪਾਂ ਗਰਾਊਂਡਸ ਪਹਿਲਾਂ ਹੀ ਪੜ੍ਹੇ ਹੋਏ ਨੇ, ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ, ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚੋਂ ਜੇਕਰ ਕੋਈ ਵੀ ਪਰਸਨ ਭੇਦਭਾਵ ਕਰਦਾ ਤਾਂ ਉਹਨੂੰ ਕੀ ਜਿਹੜੀ ਹੈ ਕੋਰਟ ਸਜ਼ਾ ਦੇਵੇਗੀ। ਇਹ ਜਿਹੜਾ ਹੈਗਾ ਜਿਹੜਾ ਆਰਟੀਕਲ 15 क्लोज 2 ਹੈਗਾ ਮੇਨ ਇੱਥੇ ਪਰਪਸ ਕੀ ਹੈਗਾ ਪਬਲਿਕ ਪਲੇਸਿਸ 'ਤੇ, ਜੇਕਰ ਪਬਲਿਕ ਪਲੇਸਿਸ ਤੋਂ ਜਾਣ ਤੋਂ ਰੋਕਿਆ ਜਾਂਦਾ ਕਿਸੇ ਵੀ ਪਰਸਨ ਨੂੰ ਉਹਦੇ ਰਿਲੀਜਨ ਦੇ ਬੇਸ 'ਤੇ, ਉਹਦੇ ਰੇਸ ਦੇ ਬੇਸ 'ਤੇ, ਕਾਸਟ ਦੇ ਬੇਸ 'ਤੇ, ਸੈਕਸ ਦੇ ਬੇਸ 'ਤੇ ਜਾਂ ਪਲੇਸ ਆਫ ਬਰਥ 'ਤੇ ਵੀ ਤੂੰ ਫਲਾਣੀ ਜਗ੍ਹਾ 'ਤੇ ਜੰਮੇ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਆਹ ਫਲਾਣੇ ਪਬਲਿਕ ਪਾਰਕ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਸਕਦਾ। ਜਾਂ ਫਿਰ ਕੀ ਐਂਟਰਟੇਨਮੈਂਟ ਜ਼ੋਨ ਜਿਹੜੇ ਹੈਗੇ ਨੇ, ਪਬਲਿਕ ਪਲੇਸਿਸ ਕਿਹੜੀ ਹੁੰਦੀਆਂ ਨੇ, ਪਬਲਿਕ ਪਾਰਕਸ, एंटरटेनमेंट जोन्स, हॉस्पिटल, स्कूल, कॉलेज, यूनिवर्सिटी एक्सेट्रा ये सारे की गए ने जोड़े है पब्लिक प्लेसिस है ने। तो इतों जेकर कोई भी परसन जोड़ा रोक लगाता है उनके जेंडर के बेस पर, उनके जोड़े रेस के बेस पर, उनके रिलीजन के बेस पर या कास्ट के बेस पर, तो उन्होंने की जोड़ा कोर्ट सज़ा देगी ही देगी। आई होप गाइज तुहानूं जोड़ा आर्टिकल 15 क्लोज 2 बारे समझ लग गई होगी। फिर भी जेकर किसी तरह का कोई डाउट हो तो तुसीं की कमेंट सैक्शन में दस सकते हो, तुहानूं की जोड़ा है तुहाडा डाउट क्लीयर कर दिता जाएगा। अगे गल करते आर्टिकल 15 क्लोज 3 बारे। द स्टेट कैन मेक स्पैशल प्रोविजनस फॉर द वेलफेयर ऑफ वुमेन एंड चाइल्ड। हुण की है आर्टिकल 15 क्लोज 3 ਦੇ ਵਿੱਚ ਦੱਸਿਆ ਗਿਆ भी ਜਿਹੜਾ ਹੈਗਾ स्टेट गवर्नमेंट ਜਿਹੜੀ ਹੈਗੀ ना, स्टेट गवर्नमेंट इन द सेंस कि सेंट्रल गवर्नमेंट का सेंट्रल गवर्नमेंट ਜਿਹੜੀ ਹੈਗੀ है वो की है स्पैशल प्रोविजनस बना सकती है
ਫੋਰ ਦ ਵੈਲਫੇਅਰ ਆਫ ਮਤਲਬ ਕਿ ਉਹਨਾਂ ਦੇ ਐਡਵਾਂਸਮੈਂਟ ਵਾਸਤੇ, ਉਹਨਾਂ ਦੇ ਵੈਲਫੇਅਰ ਮਤਲਬ ਕਿ ਉਹਨਾਂ ਦੇ ਫਾਇਦੇ ਵਾਸਤੇ ਕੀ ਜਿਹੜੇ ਹੈਗੇ, ਕਿਹਨਾਂ ਦੇ ਫਾਇਦੇ ਵਾਸਤੇ, ਵਿਮਨ ਅਤੇ ਚਾਈਲਡ ਦੇ ਫਾਇਦੇ ਵਾਸਤੇ, ਉਹਨਾਂ ਦੀ ਜਿਹੜੀ ਕਿ ਐਡਵਾਂਸਮੈਂਟ ਵਾਸਤੇ, ਉਹਨਾਂ ਦੀ ਵਿਕਾਸ ਵਾਸਤੇ ਕੀ ਹੈ ਸਪੈਸ਼ਲ ਪ੍ਰੋਵੀਜ਼ਨ ਬਣਾ ਸਕਦੀ ਹੈ। ਜਿਵੇਂ ਕਿ ਕਈ ਵਾਰ ਕੀ ਹੁੰਦਾ ਨਾ, ਵਿਮਨਸ ਜਿਹੜਾ ਹੈਗਾ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਦੇਖਣੇ ਪੈਂਦੇ ਨੇ, ਚਾਈਲਡ ਜਿਹੜੇ ਹੈਗੇ ਚਾਈਲਡ ਲੇਬਰ, ਜਾਂ ਫਿਰ ਕੀ ਕਈ ਵਾਰ ਕੀ ਹੁੰਦਾ ਉੱਥੇ ਜਿਹੜਾ ਹੈਗਾ ਇਲੀਗਲ ਟਰੈਫਿਕਿੰਗ ਕੀਤੀ ਜਾਂਦੀ ਹੈ। ਇਸ ਕਰਕੇ ਕੀ ਜਿਹੜਾ ਹੈਗਾ ਰੋਕ ਲਗਾਉਣ 'ਤੇ ਇਹਨਾਂ ਨੂੰ ਕੀ ਜਿਹੜਾ ਹੈਗਾ ਸਟੇਟ ਕੀ ਹੈ ਕੋਈ ਨਾ ਕੋਈ ਜਿਹੜਾ ਹੈਗਾ ਸਟ੍ਰਿਕਟ ਕਾਨੂੰਨ ਲਿਆ ਸਕਦੀ ਜਿਹੜੇ ਕੀ ਹੈ ਵਿਮਨ ਅਤੇ ਚਾਈਲਡ ਨੂੰ ਜਿਹੜਾ ਹੈਗਾ ਪ੍ਰੋਟੈਕਟ ਕਰ ਸਕੇ। ਅੱਗੇ ਗੱਲ ਕਰਦੇ ਆਰਟੀਕਲ 15 ਕਲੋਜ਼ 4 ਬਾਰੇ। The state can make special provisions for the advancement of socially and educationally backward classes and citizens including SCs and STs। ਹੁਣ ਕੀ ਹੈ ਇਹਦੇ ਵਿੱਚ ਕੀ ਗੱਲ ਕਰ ਰਹੇ ਹਨ ਆਰਟੀਕਲ 15 ਕਲੋਜ਼ 4 ਦੇ ਵਿੱਚ, ਸਟੇਟ ਕੈਨ ਮੇਕ ਸਪੈਸ਼ਲ ਪ੍ਰੋਵੀਜ਼ਨ, ਜਿਹੜੀ ਕਿ ਗੌਰਮੈਂਟ ਹੈਗੀ ਉਹ ਕੀ ਸਪੈਸ਼ਲ ਪ੍ਰੋਵੀਜ਼ਨ ਬਣਾ ਸਕਦੀ ਫੋਰ ਦ ਐਡਵਾਂਸਮੈਂਟ ਆਫ, ਉਹਨਾਂ ਐਡਵਾਂਸਮੈਂਟ ਮਤਲਬ ਕਿ ਉਹਨਾਂ ਦੇ ਵਿਕਾਸ ਲਈ, ਕਿਹਨਾਂ ਦੇ ਵਿਕਾਸ ਲਈ, ਜਿਹੜੀ ਕਿ ਸੋਸ਼ਲੀ ਅਤੇ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਹੈਗੀਆਂ ਨੇ ਉਹਨਾਂ ਵਾਸਤੇ, ਜਾਂ ਫਿਰ ਕਿ SC STs ਵਾਸਤੇ। ਇਹ 4 ਤਰ੍ਹਾਂ ਦੇ ਧਿਆਨ ਰੱਖਣਾ, ਸੋਸ਼ਲੀ ਐਂਡ ਐਜੂਕੇਸ਼ਨਲੀ ਐਜ਼ ਵੈਲ ਐਜ਼ SCs ਐਂਡ STs। ਹੁਣ ਜੇਕਰ ਇਹਨਾਂ ਦੇ ਬੇਸ 'ਤੇ ਕੀ, ਜੇਕਰ ਇਹ ਕੀ ਜਿਹੜੇ ਹੈਗੇ ਲੋਅਰ ਕਾਸਟ ਨਾਲ ਬਿਲੋਂਗ ਕਰਦੇ, ਲੋਅਰ ਕਲਾਸ ਹੈਗੀ ਹੈ, ਅਤੇ ਇਹਨਾਂ ਦੇ ਅਪਲਿਫਟਮੈਂਟ ਵਾਸਤੇ ਕੀ ਕਰ ਸਕਦੇ ਆ, ਜਿਹੜੀ ਗੌਰਮੈਂਟ ਹੈਗੀ ਉਹਨਾਂ ਐਡਵਾਂਸਮੈਂਟ ਵਾਸਤੇ ਉਹਨਾਂ ਵਾਸਤੇ ਕੋਈ ਨਾ ਕੋਈ ਸਪੈਸ਼ਲ ਪ੍ਰੋਵੀਜ਼ਨ ਬਣਾ ਸਕਦੀ ਹੈ। ਅਤੇ ਇਹ ਪ੍ਰੋਵੀਜ਼ਨ ਕਦੋਂ ਐਡ ਔਨ ਕੀਤੀ ਗਈ, ਦਿਸ ਪ੍ਰੋਵੀਜ਼ਨ ਔਰ ਰਾਈਟ, ਜਾਂ ਇਹ ਪ੍ਰੋਵੀਜ਼ਨ ਜਾਂ ਫਿਰ ਆਪਾਂ ਰਾਈਟ ਦੀ ਗੱਲ ਕਰਦੇ, ਰਾਈਟ ਕੇਮ ਔਰ ਐਡਡ ਇਨ ਫਸਟ ਅਮੈਂਡਮੈਂਟ ਐਕਟ 1951। ਇਹ ਅਧਿਕਾਰ ਨੂੰ ਕੀ ਹੈ ਪਹਿਲੀ ਜਿਹੜੀ ਕਿ ਸੰਸੋਧ ਦੁਆਰਾ 1951 ਦੇ ਵਿੱਚ ਇਹਨੂੰ ਕੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵ ਦੇ ਵਿੱਚ ਐਡ ਔਨ ਕੀਤਾ ਗਿਆ, ਸ਼ਾਮਿਲ ਕੀਤਾ ਗਿਆ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਆਰਟੀਕਲ 15 ਕਲੋਜ਼ 5 ਬਾਰੇ। ਆਰਟੀਕਲ 15 ਕਲੋਜ਼ 5 ਕੀ ਗੱਲ ਕਰਦਾ ਹੈ, ਆਰਟੀਕਲ 15 ਇੰਟਰੋਡਿਊਸਡ ਬਾਈ ਦ 93rd ਅਮੈਂਡਮੈਂਟ ਐਕਟ 2005। ਹੁਣ ਕੀ ਆਰਟੀਕਲ 15 ਕੀ ਆ 20 ਜਿਹੜਾ ਹੈਗਾ 93rd ਅਮੈਂਡਮੈਂਟ ਐਕਟ 2005 ਦੇ ਵਿੱਚ ਐਡ ਔਨ ਕੀਤਾ ਗਿਆ। ਇਹ ਤੁਸੀਂ ਧਿਆਨ ਰੱਖਣਾ ਕਿ ਕਈ ਵਾਰ ਕੀ ਹੁੰਦਾ ਨਾ ਵੀ ਅਮੈਂਡਮੈਂਟਸ ਪੁੱਛੇ ਜਾ ਰਹੇ, ਪੁੱਛ ਲੈਂਦੇ ਨੇ। ਅਤੇ ਇੱਕ ਹੋਰ ਗੱਲ, ਫੈਕਟਸ ਤੁਸੀਂ ਹਰੇਕ ਆਰਟੀਕਲ ਦੇ ਫੈਕਟਸ ਘੱਟੋ ਘੱਟ ਜਿਹੜੇ ਹੈਗੇ ਮੇਨ ਫੈਕਟਸ ਤੁਸੀਂ ਧਿਆਨ 'ਚ ਰੱਖਣੇ ਹੀ ਰੱਖਣੇ ਨੇ। ਕਿਉਂ, ਇਹਦਾ ਮਕਸਦ ਕੀ ਹੈ, ਤੁਸੀਂ ਹੁਣ ਜਿਹੜੇ ਹੈਗੇ ਨੇ ਦੇਖ ਹੀ ਸਕਦੇ ਹੋ ਵੀ ਹੁਣ ਜਿਹੜੇ ਪੇਪਰਸ ਦੇ ਵਿੱਚ ਕੀ ਐਲੀਮੀਨੇਸ਼ਨ ਮੈਥਡ ਹੈ, ਹਰੇਕ ਪੇਪਰ ਦੇ ਵਿੱਚ ਐਲੀਮੀਨੇਸ਼ਨ ਮੈਥਡ ਯੂਜ਼ ਹੁੰਦਾ। ਕਿਉਂਕਿ ਹੁਣ ਜਿਹੜਾ ਹੈਗਾ ਇੰਨਾ ਕੋਈ ਜ਼ਿਆਦਾ ਕੰਪੀਟੀਸ਼ਨ ਹੋ ਚੁੱਕਿਆ ਨੇ ਐਗਜ਼ਾਮਸ ਦੇ ਵਿੱਚ ਵੀ ਜੇਕਰ ਕੋਈ 100 ਵੀ ਪੋਸਟ ਹੈਗੀ ਤਾਂ ਉਹਦੇ ਵਾਸਤੇ ਕੀ ਲੱਖਾਂ ਜਿਹੜੇ ਹੈਗੇ ਫੋਰਮ ਫਿਲ ਹੁੰਦੇ ਨੇ, ਤਾਂ ਲੱਖਾਂ ਦੇ ਵਿੱਚੋਂ ਘੱਟੋ ਘੱਟ ਕਿ 50,000 ਤਾਂ ਜਿਹੜੇ ਹੈਗੇ ਨੇ ਸਟੂਡੈਂਟਸ ਐਗਜ਼ਾਮ ਦੇਣ ਜਾਂਦੇ ਨੇ ਨਾ, ਕੈਂਡੀਡੇਟਸ। ਇਸ ਕਰਕੇ ਕਿ ਐਗਜ਼ਾਮੀਨਰ ਵੀ ਕੀ ਜਿਹੜਾ ਹੈਗਾ ਕੁਐਸਚਨ ਪੇਪਰ ਇਸ ਲੈਵਲ ਦਾ ਬਣਾਉਂਦਾ ਕਿ ਜਿਹੜੇ ਹੈਗੇ ਨੇ ਸਕੋਲਰ ਜਿਹੜੇ ਹੈਗੇ ਸਟੂਡੈਂਟਸ ਹੈਗੇ ਨੇ ਉਹ ਕੀ ਜਿਹੜੇ ਹੈਗੇ ਉਸ ਐਗਜ਼ਾਮ ਨੂੰ ਕੁਆਲੀਫਾਈ ਕਰ ਸਕਣ, ਜਾਂ ਫਿਰ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਨੌਲੇਜ ਹੈਗੀ ਹੈ। ਤਾਂ ਤੁਸੀਂ ਕੀ ਘੱਟੋ ਘੱਟ ਫੈਕਟਸ ਨੂੰ ਧਿਆਨ ਦੇ ਵਿੱਚ ਰੱਖਣਾ ਹੈਗਾ ਸਾਰੇ ਆਰਟੀਕਲਸ 'ਤੇ। ਅੱਗੇ ਗੱਲ ਕਰਦੇ ਹਾਂ 93rd ਅਮੈਂਡਮੈਂਟ ਐਕਟ 2005 ਦੇ ਵਿੱਚ ਇਹਨੂੰ ਕੀ ਜਿਹੜਾ ਐਡ ਔਨ ਕੀਤਾ ਗਿਆ। It empowered the state to make special provisions regarding the admission of backward classes of citizens in educational institutions। ਹੁਣ ਕਿ ਬੈਕਵਰਡ ਕਲਾਸ ਜਿਹੜੇ ਹੈਗੇ ਨੇ, ਬੈਕਵਰਡ ਕਲਾਸਿਸ ਦੇ ਵਿੱਚ ਜਿਹੜੇ ਹੈਗੇ ਨੇ ਇੰਸਟੀਟਿਊਸ਼ਨਸ ਹੈਗੇ ਨੇ, ਹੁਣ ਬੈਕਵਰਡ ਕਲਾਸ ਨੂੰ ਕੀ ਰਿਪਰਜੈਂਟ ਨਹੀਂ ਕੀਤਾ ਗਿਆ ਵੀ ਕਿਹੜੀ ਬੈਕਵਰਡ ਕਲਾਸ ਹੈਗੀ ਹੈ। ਇਹਨੂੰ ਕੀ ਹੈ ਗੌਰਮੈਂਟ ਕਿਸੇ ਵੀ ਨੂੰ ਹੀ ਬਣ ਸਕਦੀ ਹੈ, ਬਟ ਕੀ ਕਈ ਵਾਰ ਕੀ ਹੁੰਦਾ ਕਿ ਜੇਕਰ ਕੋਈ ਬੈਕਵਰਡ ਕਲਾਸ ਦੇ ਵਿੱਚ ਨਹੀਂ ਆਉਂਦੀ ਫਿਰ ਵੀ ਉਹਨੂੰ ਕੀ ਹੈ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਦਿੱਤੀ ਜਾ ਰਹੀ, ਤਾਂ ਉਹ ਕੀ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਂਦਾ, ਤਾਂ ਉਹ ਕੀ ਸੁਪਰੀਮ ਕੋਰਟ ਉਹਨਾਂ 'ਤੇ ਕੋਈ ਨਾ ਕੋਈ ਵਰਡਿਕਟ ਦਿੰਦੀ ਹੈ। ਬੈਕਵਰਡ ਕਲਾਸ ਦੇ ਵਿੱਚ ਜਿਹੜੇ ਹੈਗਾ ਉਹਨਾਂ ਦੇ ਐਡਮਿਸ਼ਨ ਵਾਸਤੇ ਕਿ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਉਹਨੇ ਐਡਮਿਸ਼ਨ ਵਾਸਤੇ ਕਿ ਉਹਨਾਂ ਵਾਸਤੇ ਜਿਹੜੇ ਹੈਗੇ ਸਪੈਸ਼ਲ ਪ੍ਰੋਵੀਜ਼ਨ ਬਣਾਉਂਦੀ ਹੈ, ਚਾਹੇ ਉਹ ਐਜੂਕੇਸ਼ਨਲ ਇੰਸਟੀਟਿਊਸ਼ਨ ਚਾਹੇ ਉਹ ਪਬਲਿਕ ਹੈ, ਚਾਹੇ ਪ੍ਰਾਈਵੇਟ ਹੈ, ਚਾਹੇ ਏਡਡ ਹੈ, ਚਾਹੇ ਅਨਏਡਡ ਹੈ। ਏਡਡ ਅਨਏਡਡ ਦਾ ਮਤਲਬ ਕੀ ਹੈ, ਜਿਹੜਾ ਹੈਗਾ ਏਡਡ ਦਾ ਮਤਲਬ ਹੁੰਦਾ ਜਿਹੜਾ ਕਿ ਗੌਰਮੈਂਟ ਦੁਆਰਾ ਕਿ ਉਹਨੂੰ ਏਡ ਦਿੱਤੀ ਜਾਂਦੀ ਹੈ, ਗੌਰਮੈਂਟ ਉਹਨੂੰ ਕੀ ਕਿਸੇ ਵੀ ਯੂਨੀਵਰਸਿਟੀ ਕਿਸੇ ਵੀ ਕਾਲਜ ਨੂੰ ਫੰਡ ਕਰਦੀ ਹੈ। ਅਨਏਡਡ ਦਾ ਮਤਲਬ ਕਿ ਇੱਕ ਪ੍ਰਾਈਵੇਟ ਇੰਸਟੀਟਿਊਸ਼ਨ ਹੈਗਾ, ਟੋਟਲੀ ਪ੍ਰਾਈਵੇਟ ਹੈਗਾ, ਬਟ ਫਿਰ ਵੀ ਕੀ ਜਿਹੜਾ ਹੈਗਾ ਉਹਨਾਂ 'ਤੇ ਕੀ ਜਿਹੜਾ ਹੈਗਾ ਕਿਸੇ ਨਾ ਕਿਸੇ ਜਿਹੜਾ ਹੈਗਾ ਐਡਮਿਸ਼ਨ ਵਾਸਤੇ ਬੈਕਵਰਡ ਕਲਾਸ ਦੀ ਐਡਮਿਸ਼ਨ ਵਾਸਤੇ ਉਹਨੂੰ ਕੀ ਜਿਹੜਾ ਹੈਗਾ ਫੋਰਸ ਕੀਤਾ ਜਾ ਸਕਦਾ ਹੈ। ਬਟ ਇੱਥੇ ਇੱਕ ਐਕਸੈਪਸ਼ਨ ਹੈਗੀ ਹੈ, ਸਿਰਫ ਮਾਈਨੋਰਿਟੀ ਇੰਸਟੀਟਿਊਸ਼ਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਜਿਹੜਾ ਹੈਗਾ ਨਹੀਂ ਫੋਰਸ ਕੀਤਾ ਜਾ ਸਕਦਾ। ਮਤਲਬ ਕਿ ਬੈਕਵਰਡ ਕਲਾਸ ਜਿਹੜਾ ਹੈਗਾ ਬੈਕਵਰਡ ਕਲਾਸ ਤੋਂ ਕੋਈ ਪਰਸਨ ਹੈਗਾ ਜੇਕਰ ਮਾਈਨੋਰਿਟੀ ਇੰਸਟੀਟਿਊਸ਼ਨ ਦੇ ਵਿੱਚ ਜੇਕਰ ਐਡਮਿਸ਼ਨ ਲੈਣ ਜਾਂਦਾ ਅਤੇ ਮਾਈਨੋਰਿਟੀ ਇੰਸਟੀਟਿਊਸ਼ਨ ਉਹਨਾਂ ਨੂੰ ਕੀ ਮਨਾ ਕਰ ਦਿੰਦਾ ਤਾਂ ਉਹ ਸਹੀ ਹੈ, ਅਦਰਵਾਈਜ਼ ਨਹੀਂ। ਅਦਰਵਾਈਜ਼ ਕੀ ਹਰੇਕ ਇੰਸਟੀਟਿਊਸ਼ਨ ਨੂੰ ਕੀ ਦੇਖਣਾ ਪਏਗਾ ਐਡਮਿਸ਼ਨ ਬਾਰੇ। ਆਈ ਹੋਪ ਗਾਈਜ਼ ਤੁਹਾਨੂੰ ਆਰਟੀਕਲ 15 ਕਲੋਜ਼
5 ਸਮਝ ਲੱਗ ਗਏ। ਨੈਕਸਟ ਆਪਾਂ ਗੱਲ ਕਰਦੇ ਆਰਟੀਕਲ 15 ਕਲੋਜ਼ 6। आर्टिकल 15 क्लोज 6 की क्या गल करता है, इट एनेबल्स द गवर्नमेंट टू मेक स्पेशल प्रोविजंस फॉर द एडवांसमेंट ऑफ एनी इकोनॉमिकली वीकर सैक्शंस और अदर दैन दोज ऑलरेडी मैंशन इन 15 क्लोज 4। ਹੁਣ ਕੀ ਹੈ ਜਿਹੜਾ ਹੈਗਾ ਇਹਦੇ ਵਿੱਚ ਕੀ ਗੱਲ ਕਰਦੇ ਨੇ, ਗਵਰਨਮੈਂਟ ਨੂੰ ਇੱਕ ਹੋਰ ਪਾਵਰ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ ਫॉर द एडवांसमेंट ऑफ इकोनॉमिकली वीकर सैक्शन। इकोनॉमिकली वीकर सैक्शन देखो आप पहले एजुकेशन वीकर सैक्शन पढ़िया, ਹੁਣ ਕੀ ਹੈ ਤੇ EWS ਦੀ ਗੱਲ ਕਰ ਰਹੇ ਨੇ। ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਕੀ ਗਵਰਨਮੈਂਟ ਕੋਈ ਨਾ ਕੋਈ ਸਪੈਸ਼ਲ ਪ੍ਰੋਵੀਜ਼ਨ ਬਣਾ ਸਕਦੀ ਹੈ, ਬਟ ਉਹਨਾਂ ਨੂੰ ਛੱਡ ਕੇ ਜਿਹੜੇ ਕੀ ਆਰਟੀਕਲ 15 ਕਲੋਜ਼ 4 ਦੇ ਵਿੱਚ ਆਉਂਦੇ ਨੇ। ਤਾਂ ਆਰਟੀਕਲ 15 ਕਲੋਜ਼ 4 ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਐਜ਼ ਵੈਲ ਐਜ਼ SCs ਐਂਡ STs। ਇਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਵੀ ਉਹਨਾਂ ਨੂੰ ਲੱਗਦਾ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਹੈਗਾ ਤਾਂ ਉਹਨਾਂ ਦੀ ਐਡਵਾਂਸਮੈਂਟ ਵਾਸਤੇ ਕੀ ਗਵਰਨਮੈਂਟ ਕੋਈ ਨਾ ਕੋਈ ਜਿਹੜਾ ਹੈਗਾ ਪ੍ਰੋਵੀਜ਼ਨ ਲਿਆ ਸਕਦੀ ਹੈ, ਚਾਹੇ ਉਹਨਾਂ ਦੇ ਐਡਮਿਸ਼ਨ ਨਾਲ ਹੋਵੇ, ਚਾਹੇ ਸਕੋਲਰਸ਼ਿਪ ਐਟਸੈਕਟਰਾ ਐਟਸੈਕਟਰਾ। ਹੁਣ ਇਹ ਜਿਹੜੀ ਪ੍ਰੋਵੀਜ਼ਨ ਐਡ ਔਨ ਕੀਤੀ ਗਈ, ਇਹ ਕੀਤੀ ਗਈ 103rd ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਥਰੂ ਕੀ ਹੈ, ਇਹ ਆਰਟੀਕਲ 15 ਕਲੋਜ਼ 6 ਨੂੰ ਐਡ ਔਨ ਕੀਤਾ ਗਿਆ। ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਸਟਾਰ ਮਾਰਕ ਕਰਕੇ ਇਹਨੂੰ ਧਿਆਨ ਦੇ ਵਿੱਚ ਰੱਖਣਾ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਇਹ ਆਪਣਾ ਜਿਹੜਾ ਹੈਗਾ ਆਰਟੀਕਲ 15 ਜਿਹੜਾ ਹੈਗਾ ਕੰਪਲੀਟ ਹੋ ਚੁੱਕਿਆ। ਇਹਦੇ ਵਿੱਚ ਟੋਟਲ 6 ਕਲੋਜ਼ ਹੈਗੇ ਨੇ, ਆਪਾਂ 6 ਦੇ 6 ਕਲੋਜ਼ ਡਿਟੇਲ ਦੇ ਵਿੱਚ ਪੜ੍ਹ ਰਹੇ ਨੇ। ਫਿਰ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਡਾਊਟ ਹੈਗਾ ਤਾਂ ਤੁਸੀਂ ਕਿ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਤੁਸੀਂ ਕੀ ਹੈ ਐਫਰਟਸ ਕੀਤੇ ਕਰੋ, ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ, ਮੈਂ ਐਫਰਟਸ ਕਰਾਂਗਾ ਤੁਹਾਡੇ ਜਿਹੜੇ ਕਿ ਵੱਧ ਤੋਂ ਵੱਧ ਤੁਹਾਡੇ ਜਿਹੜੇ ਵੀ ਡਾਊਟਸ ਹੈਗੇ ਨੇ ਤੁਹਾਡੇ ਡਾਊਟਸ ਕਲੀਅਰ ਕਰ ਸਕਾਂ। ਥੈਂਕ ਯੂ ਸੋ ਮਚ ਗਾਈਜ਼, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨ। ਐਂਡ ਇੱਕ ਹੋਰ ਗਾਈਜ਼ ਕੀ ਹੈ, ਮੈਂ ਹੁਣ ਕੀ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕੀ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੈ। ਜੇਕਰ ਕਿਸੇ ਸਟੂਡੈਂਟ ਨੂੰ ਜੇਕਰ ਨੋਟਸ ਦੀ ਜ਼ਰੂਰਤ ਹੈਗੀ, ਤੁਸੀਂ ਕੀ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ। ਉੱਥੇ ਤੁਹਾਨੂੰ ਕੀ ਹਰੇਕ ਲੈਕਚਰ ਦੇ ਜਿਹੜੇ ਹੈਗੇ ਨੇ ਨੋਟਸ ਦੇ ਦਿੱਤੇ ਜਾਣਗੇ। ਵੈਸੇ ਤਾਂ ਰਿਟਨ ਨੋਟਸ ਹੈਗੇ ਨੇ, ਬਟ ਫਿਰ ਵੀ ਕੀ ਹੈ ਤੁਹਾਨੂੰ ਜਿਹੜੇ ਹੈਗੇ ਕਿਤੇ ਨਾ ਕਿਤੇ ਤੁਹਾਡੇ ਵਾਸਤੇ ਜਿਹੜੇ ਹੈਗੇ ਨੇ ਹੈਲਪਫੁਲ ਹੈਗੇ ਨੇ। ਅਤੇ ਇਹ ਮੈਂ ਖੁਦ ਜਿਹੜੇ ਬਣਾਏ ਗਏ ਨੇ ਅਤੇ ਇਹਨਾਂ ਨੂੰ ਮੈਂ ਜਿਹੜਾ ਹੈਗਾ ਬਣਾਉਣ ਦੇ ਵਿੱਚ ਕਾਫੀ ਟਾਈਮ ਲਗਾਇਆ। ਤਾਂ ਤੁਸੀਂ ਕੀ ਹੈ ਇਹ ਨਹੀਂ ਸਮਝਣਾ ਵੀ ਇਹ ਹੈਂਡ ਰਿਟਨ ਹੈਗੇ ਨੇ ਅਤੇ ਇਹਨਾਂ ਦੀ ਵੈਲਿਊ ਨਹੀਂ ਹੈਗੀ। ਇਹਨਾਂ ਦੀ ਬਹੁਤ ਜ਼ਿਆਦਾ ਵੈਲਿਊ ਹੈਗੀ ਹੈ। ਜਦੋਂ ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਇਹਨਾਂ ਦੀ ਵੈਲਿਊ ਹੈ ਕਿ ਨਹੀਂ ਹੈ। ਸੋ ਥੈਂਕ ਯੂ ਸੋ ਮਚ ਗਾਈਜ਼, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨ ਐਂਡ ਪਲੀਜ਼ share this video as you can do. Thank you so much.